त्रिलोकी चाचा तुसी कित्थे जा रहे हो? मैं फसलों के दुश्मनों नूं सबक सिखाउण लई जंग ते जा रहा। फसल दे दुश्मन यानी साडी फसल दे कीड़े नदीन बिमारियां साडी फसल दे दुश्मन हन। हाँ चाचा वो तो है, इसलिए तुसी बिना हथियारां ते तैयारी दे दुश्मन नाल लड़ोगे। हथियार हैगे इस डिब्बे विच, बस हत्थां नाल इहनूं खेत विच पाना है ते दुश्मन भज जाऊगा। बड़े भोले हो त्रिलोकी चाचा, कदे जंग जाण वाले सैनिक नूं वेख्या है? आहो वेख्या है, तां कि ओह बिना किसी तैयारी दे उदां ही उठ के दुश्मन नाल लड़न चल पैंदे ने। ਉਹ ਬੁਲਟ ਪ੍ਰੂਫ ਜੈਕਟਾਂ ਪਹਿਨਦੇ ਹਨ, ਆਪਣੀ ਸੁਰੱਖਿਆ ਦਾ ਖਾਸ ਖਿਆਲ ਰੱਖਦੇ ਹਨ ਅਤੇ ਤੁਹਾਡੇ ਵੱਲ ਦੇਖਣ ਨੂੰ ਲੱਗਦਾ ਹੈ ਨਾ ਹੱਥਾਂ ਵਿੱਚ ਦਸਤਾਨੇ ਨਾ ਮੂੰਹ ਤੇ ਕੱਪੜਾ, ਬਸ ਚੱਲ ਪਏ ਡੱਬਾ ਚੁੱਕ ਕੇ। ਉਹ ਕੀਟਨਾਸ਼ਕ ਪਾਉਣ ਵਾਸਤੇ ਕਿਹੜੀ ਸੁਰੱਖਿਆ, ਬਸ ਪਾਉਣ ਤੋਂ ਬਾਅਦ ਹੱਥ ਧੋ ਲਓ। ਨਹੀਂ ਚਾਚਾ, ਇਹੀ ਤਾਂ ਅਸੀਂ ਗਲਤੀ ਕਰਦੇ ਹਾਂ। ਕੀਟਨਾਸ਼ਕ ਬਹੁਤ ਜ਼ਹਿਰਲੇ ਹੁੰਦੇ ਹਨ, ਇਹਨਾਂ ਦਾ ਇਸਤੇਮਾਲ ਬੜੀ ਸੁਰੱਖਿਆ ਨਾਲ ਬੜੀ ਸਾਵਧਾਨੀ ਨਾਲ ਕਰਨਾ ਪੈਂਦਾ ਹੈ। ਜਿਵੇਂ ਘੋਲ ਬਣਾਉਂਦੇ ਸਮੇਂ ਪੂਰਾ ਸਰੀਰ ਢੱਕਿਆ ਹੋਣਾ ਚਾਹੀਦਾ। ਹੱਥਾਂ 'ਚ ਦਸਤਾਨੇ, ਚਿਹਰੇ 'ਤੇ ਮਾਸਕ, ਕੈਪ, ਐਪਰਨ ਅਤੇ ਫੁੱਲ ਪੈਂਟ ਪਾਉਣੀ ਚਾਹੀਦੀ ਹੈ। ਹਮੇਸ਼ਾ ਅੱਖ, ਨਾਕ, ਕੰਨ, ਹੱਥਾਂ 'ਤੇ ਕੀਟਨਾਸ਼ਕ ਡੁੱਲਣ ਤੋਂ ਬਚਾਉਣਾ ਚਾਹੀਦਾ ਹੈ। ਲੈ ਹੁਣੇ ਕਰ ਦਿੰਦੇ ਆ ਚਾਚਾ। ਇੰਨਾ ਹੀ ਨਹੀਂ, ਕੀਟਨਾਸ਼ਕ ਖਰੀਦਦੇ ਸਮੇਂ ਇਹ ਧਿਆਨ ਰੱਖੋ ਕਿ ਕੀਟਨਾਸ਼ਕ ਕਿਸੇ ਅਧਿਕਾਰਕ ਡੀਲਰ ਤੋਂ ਹੀ ਖਰੀਦੋ। ਆਪਣੇ ਖੇਤ ਦੇ ਖੇਤਰ ਦੇ ਹਿਸਾਬ ਨਾਲ ਖਰੀਦੋ। ਨਾਲੇ ਖਰੀਦਦੇ ਸਮੇਂ ਧਿਆਨ ਰੱਖੋ ਬੈਚ ਨੰਬਰ, ਮਾਣਕ ਨੰਬਰ, ਰਜਿਸਟ੍ਰੇਸ਼ਨ, ਨਿਰਮਾਣ ਅਤੇ ਐਕਸਪਾਇਰੀ ਦੀ ਤਰੀਕ, ਨਾਲੇ ਪੈਕਿੰਗ ਸੀਲ ਜ਼ਰੂਰ ਦੇਖੋ। ਅਸੀਂ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ, ਬਸ ਸੀਲ ਲੱਗਿਆ ਡੱਬਾ ਵੇਖ ਲੈਂਦੇ ਹਾਂ। ਔਰ ਵੀ ਬਹੁਤ ਕੁਝ ਹੈ ਧਿਆਨ ਦੇਣ ਨੂੰ। ਆਹੋ ਇਹੀ ਨਾ ਕਿ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਹੈ, ਇਹ ਤਾਂ ਅਸੀਂ ਜਾਣਦੇ ਹਾਂ। ਚਾਚਾ ਇਹ ਤਾਂ ਠੀਕ ਹੈ, ਕੀਟਨਾਸ਼ਕ ਨੂੰ ਸੁਰੱਖਿਅਤ ਕਰਦੇ ਸਮੇਂ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ। ਜਿਵੇਂ ਕਿ ਕੀਟਨਾਸ਼ਕ ਘਰ ਤੋਂ ਦੂਰ ਅਲੱਗ ਥਾਂ 'ਤੇ ਰੱਖਣਾ ਚਾਹੀਦਾ ਹੈ। ਕੀਟਨਾਸ਼ਕ ਨੂੰ ਅਸਲੀ ਡੱਬੇ ਵਿੱਚ ਰੱਖੋ, ਨਾਲੇ ਸੂਰਜ ਦੀ ਰੋਸ਼ਨੀ ਅਤੇ ਬਾਰਿਸ਼ ਤੋਂ ਦੂਰ ਰੱਖੋ। ਭਾਈ ਕਿਸ਼ਨ ਤੂੰ ਬਹੁਤ ਹੁਸ਼ਿਆਰ ਹੈ। ਹੁਣ ਇਹਨਾਂ ਸਭ ਧਿਆਨ ਰੱਖਣਾ ਹੈ ਤਾਂ ਇਹ ਵੀ ਦੱਸ ਕਿ ਤਰੀਕਾ ਕੀ ਹੈ ਇਹਨੂੰ ਵਰਤਣ ਦਾ। ਚਾਚਾ ਇਹ ਹੋਈ ਨਾ ਗੱਲ। ਹੁਣ ਸੁਣੋ, ਕੀਟਨਾਸ਼ਕ ਦੇ ਉਪਯੋਗ ਦੇ ਸਮੇਂ ਇਹਨੂੰ ਲਿਜਾਂਦੇ ਵਕਤ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਨੂੰ ਸਭ ਤੋਂ ਅਲੱਗ ਅਤੇ ਸੰਭਾਲ ਕੇ ਲੈ ਕੇ ਜਾਣਾ ਹੈ। ਕੀਟਨਾਸ਼ਕ ਦਾ ਘੋਲ ਹਮੇਸ਼ਾ ਸਾਫ਼ ਪਾਣੀ ਵਿੱਚ ਬਣਾਉਣਾ ਹੈ। ਸਭ ਤੋਂ ਖਾਸ, ਡੱਬੇ 'ਤੇ ਲਿਖੇ ਨਿਰਦੇਸ਼ ਦੇ ਹਿਸਾਬ ਨਾਲ ਧਿਆਨ ਨਾਲ ਪੜ੍ਹ ਕੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਘੋਲ ਬਣਾਉਣਾ ਹੈ। ਇਸ ਗੱਲ ਦਾ ਤਾਂ ਮੈਂ ਧਿਆਨ ਰੱਖਦਾ ਹਾਂ। ਬਹੁਤ ਵਧੀਆ ਚਾਚਾ। ਨਾਲੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ, ਕੀਟਨਾਸ਼ਕ ਦਾ ਘੋਲ ਬਣਾਉਂਦੇ ਸਮੇਂ ਉਹਨੂੰ ਬਾਹਰ ਡੁੱਲਣ ਨਹੀਂ ਦੇਣਾ। ਹੁਣ ਸਪਰੇਅ ਕਿਵੇਂ ਕਰਨਾ ਹੈ ਉਹ ਵੀ ਦੱਸ ਹੀ ਦੇ। ਹਾਂ ਚਾਚਾ, ਘੋਲ ਦੇ ਛਿੜਕਾਅ ਲਈ ਸਹੀ ਮਸ਼ੀਨ ਅਤੇ ਕੀਟਨਾਸ਼ਕ ਅਤੇ ਖਰਪਤਵਾਰ ਨਾਸ਼ਕ ਵਾਸਤੇ ਵੱਖ-ਵੱਖ ਸਪਰੇਅਰ ਅਤੇ ਸਾਈਜ਼ ਦੇ ਨੋਜ਼ਲ ਦੀ ਚੋਣ ਕਰੋ। ਛਿੜਕਾਅ ਦੇ ਸਮੇਂ ਇਹ ਗੱਲ ਧਿਆਨ ਰਹੇ ਕਿ ਬਤਾਈ ਗਈ ਡੋਜ਼ ਦਿਨ ਦੇ ਸਮੇਂ ਦੇ ਹਿਸਾਬ ਨਾਲ, ਨਾਲੇ ਘੱਟ ਤਾਪਮਾਨ ਅਤੇ ਹਵਾ ਦੇ ਰੁਖ ਦੇ ਅਨੁਸਾਰ ਹੀ ਛਿੜਕਾਅ ਕਰਨੀ ਹੈ। ਭਾਈ ਕੀਟਨਾਸ਼ਕ ਬਾਰੇ ਤਾਂ ਆਪਾਂ ਇੰਨਾ ਕਦੇ ਸੋਚਿਆ ਹੀ ਨਹੀਂ। ਇਹੀ ਨਹੀਂ ਚਾਚਾ, ਸਪਰੇਅ ਤੋਂ ਬਾਅਦ ਸਪਰੇਅਰ ਅਤੇ ਬਾਲਟੀ ਨੂੰ ਧਿਆਨ ਨਾਲ ਸਾਬਣ ਨਾਲ ਧੋ। ਸਪਰੇਅ ਤੋਂ ਤੁਰੰਤ ਬਾਅਦ ਕਿਸੇ ਜਾਨਵਰ ਜਾਂ ਇਨਸਾਨ ਨੂੰ ਖੇਤ ਵਿੱਚ ਨਾ ਆਉਣ ਦਿਓ। ਛਿੜਕਾਅ ਤੋਂ ਬਾਅਦ ਕਈ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਜਾਨ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਬਈ ਵਰਤਣ ਤੋਂ ਬਾਅਦ ਬਚਿਆ ਹੋਇਆ ਘੋਲ ਖਾਲੀ ਡੱਬਾ, ਪੱਥਰ ਜਾਂ ਕਿਸੇ ਧਾਤੂ ਨਾਲ ਮੋੜ ਕੇ ਖੇਤ ਅਤੇ ਪਾਣੀ ਦੇ ਸੋਤਰ ਤੋਂ ਦੂਰ ਮਿੱਟੀ ਵਿੱਚ ਗੱਡ ਦਿਓ। ਆਪਣੇ ਹੱਥਾਂ, ਮੂੰਹ ਨਾਲੇ ਪੈਰਾਂ ਨੂੰ ਸਾਫ਼ ਪਾਣੀ ਨਾਲ ਸਾਬਣ ਨਾਲ ਅੱਛੀ ਤਰ੍ਹਾਂ ਧੋ। ਜੇ ਸਰੀਰ 'ਤੇ ਜ਼ਹਿਰ ਦਾ ਕੋਈ ਪ੍ਰਭਾਵ ਜਾਂ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਪ੍ਰਾਥਮਿਕ ਉਪਚਾਰ ਵਾਸਤੇ ਮਰੀਜ਼ ਨੂੰ ਡਾਕਟਰ ਕੋਲ ਲੈ ਕੇ ਜਾਓ। ਕੀਟਨਾਸ਼ਕ ਦਾ ਡੱਬਾ ਵੀ ਦਿਖਾਓ, ਜਿਹਦੇ ਨਾਲ ਇਲਾਜ ਵਿੱਚ ਮਦਦ ਮਿਲੇਗੀ। ਕੀ ਗੱਲ ਕਹੀਏ ਕਿਸ਼ਨ, ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ। ਹੁਣ ਮੈਂ ਖੇਤ ਵਿੱਚ ਕੀਟਨਾਸ਼ਕ ਜਾਂ ਖਰਪਤਵਾਰ ਨਾਸ਼ਕ ਵਰਤਣ ਵੇਲੇ ਇਸ ਗੱਲ ਦਾ ਬਿਲਕੁਲ ਧਿਆਨ ਰੱਖੂੰਗਾ। ਚਾਚਾ ਜੇ ਕੋਈ ਚੂਕ ਹੋਈ ਤਾਂ ਇਹਦਾ ਅੰਜਾਮ ਬੜਾ ਭਿਅੰਕਰ ਹੁੰਦਾ ਹੈ। ਤੇ ਤੁਸੀਂ ਵੀ ਕੀਟਨਾਸ਼ਕ ਖਰੀਦਦੇ ਸਮੇਂ ਨਾਲੇ ਵਰਤਣ ਦੇ ਵੇਲੇ, ਰੱਖ ਰਖਾਵ ਦੇ ਵੇਲੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ, ਨਾਲੇ ਸਾਰਿਆਂ ਨੂੰ ਦੱਸੋ।